ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਦਿਨਨ ਕੀ ਪ੍ਰਤਪਾਲ ਕਰੇ ਨਿਤ, ਸੰਤ ਉਬਾਰਗਨੀ ਮਨ ਗਾਰੈ। ਪਸ਼ ਪਸ਼ ਨਗ ਨਗ ਨਰਾਧਪ, ਸਰਬ ਸਮੈ ਸਭ ਕੋ ਪ੍ਰਤਪਾਰੈ। ਭੂਖਤ ਹੈ ਜਲ ਮੈਂ ਥਲ ਮੈਂ, ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ। ਦੀਨ ਦਇਆਲ ਦਇਆ ਨਿਧ, ਦੁਖਨ ਦੇਖਤ ਹੈ ਪਰਦੇਤ ਨ ਹਾਰੈ। ਸੁਖ ਟਲ ਗੁਰ ਸੇਵੀਐ, ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖੁਸਾਮਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਜਣ ਸੱਚਾ ਪਾਤਸ਼ਾਹ, ਸਿਰ ਸ਼ਾਂਦ ਸ਼ਾਹ। ਜਿਸ ਪਾਸ ਬੈਠਿਆ ਸੋਈਐ, ਸਭਨਾ ਦਾ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ ਮਹੱਲਾ ਤੀਜਾ, ਘਰ ਚੌਥਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਇਆਲ ਨਾਮ ਦੇਹੁ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਇਆਲ ਨਾਮ ਦੇਹੁ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਹਉ ਬਲਿਹਾਰੈ ਜਾਓ, ਸਾਚੇ ਤੇਰੇ ਨਾਮ ਵਿਟੋ। ਕਰਨ ਕਾਰਨ ਸਭਨਾ ਕਾ ਏਕੋ, ਅਵਰ ਨਾ ਦੂਜਾ ਕੋਈ। ਹਉ ਬਲਿਹਾਰੈ ਜਾਓ, ਸਾਚੇ ਤੇਰੇ ਨਾਮ ਵਿਟੋ। ਕਰਨ ਕਾਰਨ ਸਭਨਾ ਕਾ ਏਕੋ, ਆਵਰ ਨਾ ਦੂਜਾ ਕੋਈ।
ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜੁਗੋ ਜੁਗ ਅਟਲ। ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ। ਆਪ ਸਮੂਹ ਸੰਗਤ ਧੰਤਾ ਦੇ ਯੋਗ ਹੋ, ਜੋ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲਿਆਂ ਬਣਾ ਰਹੇ ਹੋ। ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤੀਸਰੇ ਸਰੂਪ ਮਹਿਮਾ ਦੇ ਮਾਲਕ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਭੱਟ ਸਾਹਿਬਾਨਾਂ ਦੇ ਬਚਨ ਹਨ। ਕਨਹਰ ਬੂੰਦ ਬਸੋ ਮਾਵਲ, ਕੁਸੁਮ ਬਸੰਤ ਗਨੰਤ ਨ ਆਵੈ। ਰਵਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਨਹਿ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਅਥਵਾ ਗੁਰ ਅਮਰਦਾਸ ਪਰਸੀਐ, ਪੋਹਮ ਪਾਤਕ ਵਿਨਾਸੈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਪਰਸਨ ਕਰਨ ਦੇ ਨਾਲ ਧਰਤੀ ਦੇ ਉੱਪਰ ਕੀਤੇ ਹੋਏ ਪਾਪਾਂ ਦਾ ਨਾਸ਼ ਹੁੰਦਾ ਹੈ। ਗੁਰੂ ਅਮਰਦਾਸ ਪਰਸੀਐ, ਸਿੱਧ ਸਾਧਕ ਆਸਾਸੈ। ਉਸ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਪਰਸਨ ਕਰਨੇ ਚਾਹੀਦੇ ਹਨ, ਜਿਸ ਨੂੰ ਸਿੱਧ ਪੁਰਸ਼ ਜੀਵਨ ਦੀ ਸਫਲਤਾ ਹਾਸਲ ਕਰ ਚੁੱਕੇ ਅਤੇ ਜਿਹੜੇ ਸਾਧਕ ਲੋਕ ਹਨ, ਸਾਧਨਾ ਕਰਨ ਵਾਲੇ ਸਾਰੇ ਹੀ ਚਾਹੁੰਦੇ ਹਨ। ਗੁਰੂ ਅਮਰਦਾਸ ਪਰਸੀਐ, ਧਿਆਨ ਲਹੀਐ ਪਾਉ ਮੁਕੈ। ਗੁਰੂ ਅਮਰਦਾਸ ਪਰਸੀਐ, ਅਭਉ ਲੱਭੈ ਗਉ ਚੁਕੈ। ਇਕ ਬਿਨ ਦੁਗਣ ਜੋ ਤਉ ਰਹੈ, ਜਾਸ ਮੰਤਰ ਮਾਨਵੈ ਲਹੈ। ਜਾਲ ਪਾ ਪਦਾਰਥ ਇਤੜੇ, ਗੁਰ ਅਮਰਦਾਸ ਡਿਠੈ ਮਿਲੈ। ਜਿਤਨੇ ਵੀ ਪਦਾਰਥ ਹਨ, ਉਹ ਕਹਿੰਦੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਪਰਸਨ ਦੇ ਨਾਲ ਪ੍ਰਾਪਤ ਹੁੰਦੇ ਹਨ। ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਦੇ ਇਸ ਪਾਵਨ ਪਵਿੱਤਰ ਹੁਕਮਨਾਮੇ ਦੇ ਵਿੱਚ ਆਪਾਂ ਨੂੰ ਉਸ ਪਰਿਪੂਰਨ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਜੀ ਦੇ ਪਾਸੋਂ ਨਾਮ ਦੀ ਦਾਤ ਮੰਗਣ ਦੀ ਪ੍ਰੇਰਨਾ ਦਿੰਦੇ ਹਨ, ਜਾਚ ਸਿਖਾਲਦੇ ਹਨ।
ਭਾਵੇਂ ਸਿੱਖ ਦਾ ਫਰਜ਼ ਹੈ ਜੋ ਕੁਝ ਵੀ ਚਾਹੀਦਾ ਹੈ, ਦੁੱਧ ਦੀ, ਪੁੱਤ ਦੀ, ਧਨ ਦੀ, ਪਦਾਰਥਾਂ ਦੀ, ਪ੍ਰਭਤਾ ਦੀ, ਕੋਈ ਦਾਤ ਪ੍ਰਾਪਤ ਕਰਨੀ ਹੈ, ਉਹ ਆਪਣੇ ਇਸ਼ਟ ਗੁਰਦੇਵ ਪਰਮੇਸ਼ਰ ਦੇ ਕੋਲੋਂ ਪ੍ਰਾਪਤ ਕਰੇ, ਉਹਦੇ ਅੱਗੇ ਅਰਦਾਸ ਕਰੇ। ਜਗ੍ਹਾ ਜਗ੍ਹਾ ਤੇ ਨਾ ਭਟਕੇ। ਸਤਿਗੁਰ ਦੇ ਘਰ ਦੇ ਵਿੱਚੋਂ ਸਾਰੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਦੋਏ ਦਰਪਨ ਦੇਖੈ ਏਕ ਸੈ ਅਨੇਕ ਰੂਪ, ਦੋਏ ਨਾਮ ਪਾਵ ਧਰੈ ਪਹੁੰਚੈ ਨਾ ਪਾਰ ਹੈ। ਦੋਵਾਂ ਸ਼ੀਸ਼ਿਆਂ ਦੇ ਵਿੱਚ ਦੀ ਮੁੱਖ ਦੇਖਣ ਦੇ ਨਾਲ ਸਾਫ਼ ਨਹੀਂ ਦਿਖਾਈ ਦਿੰਦਾ, ਦੋਵਾਂ ਬੇੜੀਆਂ ਦੇ ਵਿੱਚ ਪੈਰ ਰੱਖਣ ਦੇ ਨਾਲ ਬੰਦਾ ਪਾਰ ਨਹੀਂ ਲੰਘਦਾ। ਦੋਏ ਭੂਪ ਤਾਕੋ ਗਾਉ ਪਰਜਾ ਨਾ ਸੁਖੀ ਹੋਤ, ਦੋਏ ਪੁਰਖਨ ਕੀ ਨਾ ਕੁਲਾ ਬਧੂ ਨਾਰ ਹੈ। ਜਿੱਥੇ ਦੋ ਰਾਜੇ ਹੋਣ ਪਰਜਾ ਸੁਖੀ ਨਹੀਂ ਵਸ ਸਕਦੀ, ਜਿਸ ਦੇ ਦੋ ਪਤੀ ਹੋਣ ਉਸ ਨੂੰ ਸੁਹਾਗਣ ਕਹਿਣ ਦੀ ਜ਼ਰੂਰਤ ਨਹੀਂ। ਦੋਏ ਦਿਸ਼ਾ ਗਹੇ ਗਹਾਏ ਸੇ ਹਾਥ, ਪਾਉ ਟੂਟੈ ਦੁਰਾਹੇ ਦੁਚਿਤ ਹੋਏ ਭੂਲ ਪਗ ਧਾਰ ਹੈ। ਬੰਦੇ ਨੂੰ ਇੱਕ ਪਾਸਿਓਂ ਖਿੱਚਦਾ ਹੋਵੇ, ਦੂਸਰਾ ਦੂਸਰੇ ਪਾਸੇ ਤੋਂ, ਫਿਰ ਕਹਿੰਦੇ ਹੱਥ ਪੈਰ ਟੁੱਟਦੇ ਹਨ। ਜਿਨ੍ਹਾਂ ਨੂੰ ਬੰਦਾ ਮੱਥੇ ਟੇਕਦਾ ਹੈ, ਫਿਰ ਉਹਨਾਂ ਨੇ ਖਿੱਚ ਤਾਂ ਪਾਉਣੀ ਹੁੰਦੀ ਹੈ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਿਹੜਾ ਸਿੱਖ ਹੈ ਉਹ ਨਮਸਕਾਰ ਕਰੇ, ਮੱਥਾ ਟੇਕੇ। ਦੁਰਾਹੇ ਦੁਚਿਤ ਹੋਏ ਭੂਲ ਪਗ ਧਾਰ ਹੈ, ਕਦੇ ਇੱਕ ਪਾਸੇ ਨੂੰ ਚੱਲੇ ਕਦੇ ਦੂਸਰੇ ਪਾਸੇ ਨੂੰ ਚੱਲੇ। ਐਸਾ ਵਿਅਕਤੀ ਕਿਤੇ ਵੀ ਨਹੀਂ ਪਹੁੰਚਦਾ ਹੈ, ਰਾਹਾਂ ਦੇ ਵਿੱਚ ਹੀ ਭਟਕਦਾ ਰਹਿੰਦਾ ਹੈ। ਗੁਰਸਿੱਖ ਹੋਏ ਆਨ ਦੇਵ ਸੇਵ ਟੇਵ ਗਹੈ, ਸਹਿ ਜਮ ਡੰਡ ਧ੍ਰਿਗ ਜੀਵਨ ਸੰਸਾਰ ਹੈ। ਭਾਵੇਂ ਸਾਰੀਆਂ ਦਾਤਾਂ ਆਪਾਂ ਸਤਿਗੁਰ ਦੇ ਕੋਲੋਂ ਮੰਗਣੀਆਂ ਹਨ, ਸਾਜਣੋ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਕੇਹ, ਮਾਣ ਮੰਗੋ ਤਾਣ ਮੰਗੋ ਧਨ ਲਖਮੀ ਸੁਤ ਦੇਹ। ਪਰ ਸਾਧ ਸੰਗਤ ਜੀ ਧਾਰਮਿਕ ਬਿਰਤੀਆਂ ਦੇ ਹਿਸਾਬ ਦੇ ਨਾਲ ਗੁਰਮਤਿ ਦੇ ਅਨੁਸਾਰ ਸੰਸਾਰ ਭਰ ਦਾ ਸਭ ਤੋਂ ਵੱਡਾ ਦਾਨ ਹੈ ਨਾਮ ਦਾਨ। ਆਪਾਂ ਅਰਦਾਸ ਦੇ ਵਿੱਚ ਵੀ ਇਹੀ ਸ਼ਬਦ ਵਰਤਦੇ ਹਾਂ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ। ਫਿਰ ਅਖੀਰ ਦੇ ਵਿੱਚ ਜਾ ਕੇ ਦਾਨਾ ਸਿਰ ਦਾਨ, ਨਾਮ ਦਾਨ। ਨਾਮ ਦਾ ਦਾਨ ਸਭ ਤੋਂ ਸ਼੍ਰੋਮਣੀ ਦਾਨ ਹੈ, ਉੱਤਮ ਦਾਨ ਹੈ। ਕਿਵੇਂ ਮੰਗਿਆ ਜਾਂਦਾ ਹੈ, ਕਿਵੇਂ ਇਸ ਦੀ ਪ੍ਰਾਪਤੀ ਹੁੰਦੀ ਹੈ, ਸਤਿਗੁਰੂ ਜੀ ਸ਼ਬਦ ਦੇ ਵਿੱਚ ਖੁਲਾਸਾ ਕਰਦੇ ਹਨ, ਸਮਝਾਉਂਦੇ ਹਨ। ਭਿਖਾਰੀ ਬਣ ਕੇ ਇਸ ਦੀ ਦਾਤ ਮੰਗੀ ਜਾਂਦੀ ਹੈ, ਨਾਮ ਦੇ ਦਾਤ। ਜਿਸ ਤਰ੍ਹਾਂ ਭਿਖਾਰੀ ਦਰਵਾਜ਼ੇ ਦੇ ਉੱਪਰ ਖੜਾ ਰਹਿੰਦਾ ਹੈ, ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇੱਕ ਜਗ੍ਹਾ ਫਰਮਾਇਆ ਹੈ, ਜੇ ਉਹ ਦਰਵਾਜ਼ਾ ਦੇ ਉੱਪਰ ਖੜਾ ਰਹਿ ਕੇ ਮੰਗੀ ਜਾਵੇ, ਕਦੇ ਨਾ ਕਦੇ ਮਾਲਕ ਤਰਸ ਕਰਕੇ ਉਹਦੀ ਝੋਲੀ ਦੇ ਵਿੱਚ, ਉਹਦੀ ਚਿੱਪੀ ਦੇ ਵਿੱਚ ਕੁਝ ਦਾਨ ਪਾ ਦਿੰਦਾ ਹੈ।
ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਅਸਾਰ ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਨੇ ਪੁਕਾਰ। ਦੂਸਰੀ ਉਦਾਹਰਣ ਦਿੰਦੇ ਹਨ, ਜਿਹੜੀ ਜੁੱਤੀ ਹੈ ਦਰਵਾਜ਼ੇ ਦੇ ਉੱਪਰ ਪਈ ਰਹਿੰਦੀ ਹੈ, ਕਦੇ ਨਾ ਕਦੇ ਮਾਲਕ ਨੂੰ ਉਹਦੀ ਯਾਦ ਆ ਹੀ ਜਾਂਦੀ ਹੈ। ਜਿਸ ਤਰ੍ਹਾਂ ਵਿਦਿਆਰਥੀ ਦੇ ਵੱਖ-ਵੱਖ ਚਰਨ ਹੁੰਦੇ ਹਨ, ਦਾਖਲਾ ਲੈਣਾ, ਪੜ੍ਹਾਈ ਕਰਨੀ, ਪੇਪਰ ਪਾਉਣੇ, ਪਾਸ ਹੋਣਾ। ਇਸੇ ਪ੍ਰਕਾਰ ਦੇ ਨਾਲ ਜਿਹਨੇ ਪਰਮਾਰਥ ਦੇ ਰਸਤੇ ਦੇ ਉੱਪਰ ਚੱਲਣਾ ਹੈ, ਪਰਮਾਰਥ ਦੀ ਪੜ੍ਹਾਈ ਕਰਨੀ ਹੈ, ਉਹਦੇ ਵੀ ਇਸ ਤਰ੍ਹਾਂ ਕੁਝ ਚਰਨ ਹੁੰਦੇ ਹਨ, ਉਹਦੇ ਵੀ ਜੀਵਨ ਦੇ ਹਿੱਸੇ ਹੁੰਦੇ ਹਨ। ਨਾਮ ਦੀ ਦਾਤ ਪ੍ਰਾਪਤ ਕਰਨੀ, ਫਿਰ ਨਾਮ ਦੀ ਕਮਾਈ ਕਰਨੀ, ਮਸ਼ੱਕਤ ਘਾਲਣੀ ਉਹਦੀ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਫਿਰ ਨਾਮ ਦੀ ਘਾਲ ਘਾਲਦਿਆਂ ਘਾਲਦਿਆਂ ਕੁਝ ਪਰਚੇ ਵੀ ਪੈਂਦੇ ਹਨ। ਭਾਈ ਮੱਝ ਸਾਹਿਬ ਜੀ ਨੇ ਬੇਨਤੀ ਕੀਤੀ ਸੀ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ, ਸੱਚੇ ਪਾਤਸ਼ਾਹ ਇੰਨੇ ਸਖਤ ਪਰਚੇ ਨਾ ਪਾਇਆ ਕਰੋ, ਕਲਯੁਗੀ ਜੀਵ ਹਾਂ, ਡੋਲ ਜਾਂਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ, ਭਾਈ ਮੰਝ ਲੋਹੇ ਨੂੰ ਜਿੰਨਾ ਚਿਰ ਤੱਕ ਅੱਗ ਦੇ ਵਿੱਚ ਨਾ ਝੋਕੀਏ, ਉਹਨਾਂ ਚਿਰ ਤੱਕ ਉਹਦੇ ਸੰਦ ਨਹੀਂ ਬਣਦੇ ਹਨ। ਜਿੰਨਾ ਚਿਰ ਤੱਕ ਸੁਨਿਆਰਾ ਜਿਹੜਾ ਹੈ ਸੋਨੇ ਨੂੰ ਅੱਗ ਦੇ ਵਿੱਚ ਨਾ ਸੁੱਟੇ, ਉਹਨਾਂ ਚਿਰ ਤੱਕ ਉਹਦੇ ਸੁੰਦਰ ਸੁੰਦਰ ਗਹਿਣੇ ਨਹੀਂ ਬਣ ਸਕਦੇ ਹਨ। ਇਸ ਕਰਕੇ ਇਹ ਵੀ ਇੱਕ ਜੀਵਨ ਦਾ ਹਿੱਸਾ ਹੈ, ਗੁਰਮੁਖ ਦੇ ਜੀਵਨ ਦਾ ਹਿੱਸਾ। ਉਸ ਨੂੰ ਪਰਚਿਆਂ ਦੇ ਵਿੱਚ ਦੀ ਲੰਘਣਾ ਪੈਂਦਾ ਹੈ। ਫਿਰ ਹੈ ਨਾਮ ਦੇ ਵਿੱਚ ਸਮਾਈ ਹੋਣੀ, ਨਾਮ ਦੇ ਵਿੱਚ ਲਿਵ ਲੱਗਣੀ, ਨਾਮ ਦੇ ਵਿੱਚ ਲੀਨ ਹੋ ਜਾਣਾ। ਇਹ ਚੌਥਾ ਚਰਨ ਹੈ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਸਾਨੂੰ ਇਹ ਸਮਝਾ ਰਹੇ ਹਨ, ਸਿੱਖਿਆ ਦੇ ਰਹੇ ਹਨ, ਆਓ ਪਿਆਰ ਸ਼ਰਧਾ ਭਾਵਨਾ ਦੇ ਨਾਲ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ ਮਹਲਾ ਤੀਜਾ ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਦਾ ਨਾਮ ਧਨਾਸਰੀ ਹੈ। ਉਚਾਰਨ ਕਰਤਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਹਨ। ਔਰ ਜੋ ਤਾਲ ਸਤਿਗੁਰੂ ਜੀ ਨੇ ਰੱਖਿਆ ਹੈ ਉਹ ਚੌਥਾ ਹੈ। ਚੌਥੇ ਤਾਲ ਦੇ ਵਿੱਚ ਸਤਿਗੁਰੂ ਜੀ ਦਾ ਗਾਇਨ ਕਰਨ ਦਾ ਹੁਕਮ ਹੈ। ਆਰੰਭ ਦੇ ਵਿੱਚ ਮੂਲ ਮੰਗਲ ਕਰਦੇ ਹਨ। ਵਾਹਿਗੁਰੂ ਪਰਮੇਸ਼ਰ ਇੱਕ ਹੈ, ਸਭ ਦਾ ਪ੍ਰਕਾਸ਼ਕ ਹੈ। ਸਤਿਗੁਰੂ ਦੇ ਪ੍ਰਸਾਦ ਦੁਆਰਾ, ਸਤਿਗੁਰੂ ਦੀ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਮਹਾਰਾਜ ਸਾਨੂੰ ਜਗਿਆਸੂ ਰੂਪ ਹੋ ਕੇ ਬੇਨਤੀ ਕਰਨ ਦਾ ਢੰਗ ਸਿਖਾਲਦੇ ਹਨ ਕਿ ਹੇ ਵਾਹਿਗੁਰੂ ਜੀ, ਅਸੀਂ ਤੇਰੇ ਦਰ ਦੇ ਭਿਖਿਆ ਮੰਗਣ ਵਾਲੇ ਮੰਗਤੇ ਹਾਂ। ਕਹਿੰਦੇ ਨਾਮ ਮਿਲ ਜਾਂਦਾ ਹੈ, ਪਰ ਬੰਦਾ ਜਦੋਂ ਅੰਦਰੋਂ ਨਾਮ ਦੀ ਦਾਤ ਮੰਗਦਾ ਹੈ,
ਉੱਪਰੋਂ ਉੱਪਰੋਂ ਆਖੀ ਜਾਵੇ ਨਾਮ ਦੇ ਦਿਓ, ਨਾਮ ਦੇ ਦਿਓ। ਬੰਦੇ ਦੇ ਅੰਦਰ ਹੋਵੇ ਮੈਨੂੰ ਇੰਨਾ ਧਨ ਮਿਲ ਜਾਵੇ, ਮੈਨੂੰ ਇੰਨੀ ਜਾਇਦਾਦ ਮਿਲ ਜਾਵੇ, ਐ ਮੈਨੂੰ ਪ੍ਰਭਤਾ ਮਿਲ ਜਾਵੇ। ਜਿਸ ਤਰ੍ਹਾਂ ਸੂਰਜ ਪ੍ਰਕਾਸ਼ ਦੇ ਵਿੱਚ ਪ੍ਰਸੰਗ ਆਉਂਦਾ ਹੈ, ਰਾਜੇ ਜਨਕ ਦਾ ਇੱਕ ਸੇਵਕ ਸਫਾ ਚੰਦ, ਬੜੀ ਉਹਨੇ ਘਾਲਣਾ ਘਾਲੀ, ਬੜੀ ਸੇਵਾ ਕੀਤੀ, ਉੱਪਰੋਂ ਉੱਪਰੋਂ ਕਹਿ ਰਿਹਾ ਸੀ ਕਿ ਮੈਨੂੰ ਨਾਮ ਦੀ ਦਾਤ ਦੇ ਦਿਓ। ਪਰ ਅੰਦਰ ਉਹਦੇ ਭਾਵਨਾ ਬਣੀ ਹੋਈ ਸੀ ਵੀ ਜਿਸ ਤਰ੍ਹਾਂ ਰਾਜੇ ਮਹਾਰਾਜੇ ਰਾਜੇ ਜਨਕ ਨੂੰ ਸਲਾਮਾਂ ਕਰਦੇ ਹਨ, ਮੈਂ ਵੀ ਇਸ ਤਰ੍ਹਾਂ ਦਾ ਚੱਕਰਵਰਤੀ ਰਾਜਾ ਬਣਾ। ਸਤਿਪੁਰਸ਼ਾਂ ਦੇ ਬਚਨ ਹਨ, ਜੀਵਨ ਦਾ ਚੋਲਾ ਬਹੁਤ ਛੋਟਾ ਹੈ, ਮਨੁੱਖ ਦੀਆਂ ਖਾਸ਼ਾਂ ਬਹੁਤ ਵੱਡੀਆਂ ਹਨ। ਜੀਵਨ ਮੁੱਕ ਜਾਂਦਾ ਹੈ, ਖਾਸ਼ਾਂ ਅਧੂਰੀਆਂ ਰਹਿ ਜਾਂਦੀਆਂ ਹਨ। ਇਸ ਕਰਕੇ ਬੰਦੇ ਨੂੰ ਫਿਰ ਜਨਮ ਲੈਣਾ ਪੈਂਦਾ ਹੈ। ਇਸ ਕਰਕੇ ਧਾਰਮਿਕ ਪੁਰਸ਼ਾਂ ਦਾ ਇਹ ਵਿਚਾਰ ਹੈ ਕਿ ਮਨੁੱਖ ਨੂੰ ਆਪਣੀਆਂ ਖਾਸ਼ਾਂ ਆਪਣੇ ਕੰਟਰੋਲ ਦੇ ਵਿੱਚ ਰੱਖਣੀਆਂ ਚਾਹੀਦੀਆਂ ਹਨ। ਜ਼ਿਆਦਾ ਖਾਸ਼ਾਂ ਵੱਡੀਆਂ ਨਹੀਂ ਕਰਨੀਆਂ ਚਾਹੀਦੀਆਂ ਹਨ, ਵਰਨਾ ਫਿਰ ਜਨਮ ਲੈਣਾ ਪਵੇਗਾ। ਜੀਵਨ ਦੀ ਬਾਜੀ ਜਿੱਤੀ ਨਹੀਂ ਜਾਵੇਗੀ। ਸਤਿਪੁਰਸ਼ ਮਨੁੱਖ ਨੂੰ ਅੰਦਰੋਂ ਦੇਖਦੇ ਹਨ। ਜ਼ਬਾਨ ਤੋਂ ਕੀ ਬੋਲ ਰਿਹਾ ਹੈ ਉਹਦੇ ਨਾਲ ਉਹਦਾ ਕੋਈ ਮਤਲਬ ਨਹੀਂ ਹੋਇਆ ਕਰਦਾ ਹੈ। ਉਹ ਫਿਰ ਅੰਦਰ ਦੀ ਇੱਛਾ ਦੇ ਹਿਸਾਬ ਦੇ ਨਾਲ, ਭਾਈ ਗੁਰਦਾਸ ਸਾਹਿਬ ਜੀ ਦੇ ਵਚਨ ਹਨ, ਜੁਗ ਜੁਗ ਮੇਰ ਸਰੀਰ ਕਾ, ਵਾਸ਼ਨਾ ਬੱਧਾ ਆਵੈ ਜਾਵੈ, ਫਿਰ ਫੇਰ ਵਟਾਈਐ, ਗਿਆਨੀ ਹੋਏ ਮਰਮ ਕਉ ਪਾਵੈ। ਅੰਦਰ ਪ੍ਰਬਲ ਵਾਸ਼ਨਾ ਸੀ, ਪ੍ਰਬਲ ਇੱਛਾ ਸੀ, ਇਸ ਕਰਕੇ ਅਗਲੇ ਜਨਮ ਦੇ ਵਿੱਚ ਉਹ ਚੱਕਰਵਰਤੀ ਰਾਜਾ ਬਣਿਆ। ਜਦ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮਿਲਾਪ ਹੋਇਆ, ਆਖਣ ਲੱਗਾ ਐਰਕੀ ਨਹੀਂ ਮੈਂ ਚੁੱਕਾਂਗਾ, ਪਹਿਲਾਂ ਮੈਂ ਝੁਕ ਗਿਆ ਸੀ, ਹੁਣ ਮੈਨੂੰ ਕੇਵਲ ਨਾਮ ਹੀ ਚਾਹੀਦਾ ਹੈ। ਹੁਣ ਮੈਂ ਜੋ ਬਾਹਰੋਂ ਕਹਿ ਰਿਹਾ ਹਾਂ ਉਹੀ ਅੰਦਰੋਂ ਕਹਿ ਰਿਹਾ ਹਾਂ। ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਨਦਰੀ ਨਦਰ ਨਿਹਾਲ ਕੀਤਾ। ਸਤਿਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ, ਮਾਲਕ ਦੇ ਕੋਲੋਂ, ਪਰਮੇਸ਼ਰ ਦੇ ਕੋਲੋਂ ਇਸ ਤਰ੍ਹਾਂ ਇਹ ਮੰਗ ਰੱਖਣੀ ਚਾਹੀਦੀ ਹੈ, ਬੇਨਤੀ ਕਰਨੀ ਚਾਹੀਦੀ ਹੈ ਕਿ ਐ ਮਾਲਕ ਜੀ, ਅਸੀਂ ਤੇਰੇ ਦਰ ਦੇ ਭਿਖਿਆ ਮੰਗਣ ਵਾਲੇ ਮੰਗਤੇ ਹਾਂ, ਔਰ ਤੂੰ ਜੋ ਦਾਤਾਂ ਦੇਣਾ ਹੈ ਆਪਣੀ ਮਰਜ਼ੀ ਦੇ ਨਾਲ ਦੇਣਾ ਹੈ। ਨਾ ਤੈਨੂੰ ਕਿਸੇ ਗੱਲ ਦਾ ਕੋਈ ਲਾਲਚ ਹੈ, ਨਾ ਕਿਸੇ ਗੱਲ ਦੀ ਕੋਈ ਤਮਾ ਹੈ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਜੇ ਸਾਰੇ ਮਿਲ ਕੇ ਉਸ ਨੂੰ ਵੱਡਾ ਵੱਡਾ ਆਖਣ ਲੱਗ ਪੈਣ, ਉਹਦੇ ਨਾਲ ਵੀ ਕੋਈ ਮਤਲਬ ਨਹੀਂ। ਜੇ ਸਾਰੇ ਮਿਲ ਕੇ ਉਸ ਨੂੰ ਮਾੜਾ ਆਖੀ ਜਾਣ, ਉਹਦੇ ਨਾਲ ਵੀ ਉਹਦਾ ਕੁਝ ਘਟਦਾ ਨਹੀਂ ਹੈ। ਵੱਡਾ ਦਾਤਾ ਤਿਲ ਨਾ ਤਮਾਏ, ਤਿਲ ਜਿੰਨੀ ਵੀ ਉਹਦੇ ਅੰਦਰ ਕੋਈ ਖਾਸ਼ ਨਹੀਂ ਹੈ, ਤਮਾ ਨਹੀਂ ਹੈ। ਇਸ ਕਰਕੇ ਕਹਿੰਦੇ ਤੂੰ ਦਾਤਾਂ ਦੇਣਾ ਹੈ, ਆਪਣੀ ਇੱਛਾ ਦੇ ਮੁਤਾਬਕ ਦਿੰਦਾ ਹੈ, ਆਪਣੀ ਮਰਜ਼ੀ ਦੇ ਨਾਲ ਦਿੰਦਾ ਹੈ। ਤੂੰ ਸੁਤੰਤਰ ਹੈ, ਆਪਣੀ ਮੌਜ ਦੇ ਵਿੱਚ ਆ ਕੇ ਦਾਤ ਨਾਮ ਦੀ ਦੇ ਦੇਣਾ ਹੈ। ਇਸ ਕਰਕੇ ਤੂੰ ਕਿਰਪਾ ਕਰ, ਰਹਿਮਤ ਕਰ, ਨਾਮ ਦੀ ਦਾਤ ਦੇ। ਉਹ ਦਇਆਲ ਨਾਮ ਦੇਹੁ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਦਇਆ ਦੇ ਘਰ ਦੇ ਵਿੱਚ ਆਓ, ਮੈਨੂੰ ਮੰਗਤੇ ਨੂੰ ਨਾਮ ਦੀ ਦਾਤ ਦਿਓ, ਤਾਂ ਕਿ ਮੈਂ ਹਮੇਸ਼ਾ ਹੀ ਤੇਰੇ ਰੰਗ ਦੇ ਵਿੱਚ ਰੰਗਿਆ ਰਹਾਂ। ਇਸੇ ਪ੍ਰਕਾਰ
ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਮਹੇਸ਼ੇ ਨਾਮ ਦੇ ਪ੍ਰੇਮੀ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਸਿੱਖੀ ਦੀ ਦਾਤ ਦਿਓ, ਨਾਮ ਦੀ ਦਾਤ ਦਿਓ। ਮਹਾਰਾਜ ਆਖਣ ਲੱਗੇ ਬੜੇ ਪਦਾਰਥ ਹਨ, ਜੋ ਕੁਝ ਮਰਜ਼ੀ ਮੰਗ ਲੈ। ਆਖਣ ਲੱਗਾ ਨਹੀਂ ਸੱਚੇ ਪਾਤਸ਼ਾਹ, ਮੈਨੂੰ ਸਿੱਖੀ ਚਾਹੀਦੀ ਹੈ, ਮੈਨੂੰ ਨਾਮ ਚਾਹੀਦਾ ਹੈ। ਮਹਾਰਾਜ ਆਖਣ ਲੱਗੇ ਸਿੱਖੀ ਦੇ ਮਾਰਗ ਦੇ ਉੱਪਰ ਚੱਲਣਾ ਬੜਾ ਕਠਿਨ ਹੈ, ਇਹ ਖੰਡੇ ਦੀ ਧਾਰ ਤੋਂ ਤਿੱਖੀ ਹੈ, ਇਹ ਵਾਲ ਤੋਂ ਵੀ ਬਰੀਕ ਹੈ, ਨਿੱਕੀ ਹੈ। ਇਹਨੇ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ। ਸਤਿਗੁਰੂ ਪਾਤਸ਼ਾਹ ਜੀ ਨੇ ਇਹਦੇ ਸੀਸ ਦੇ ਉੱਪਰ ਰਹਿਮਤ ਭਰਿਆ ਹੱਥ ਰੱਖਿਆ, ਇਸ ਨੂੰ ਆਖਿਆ ਬੋਲ ਵਾਹਿਗੁਰੂ। ਸਿੱਖੀ ਦੀ ਦਾਤ ਦੇ ਦਿੱਤੀ, ਸਿੱਖੀ ਦੇ ਅਸੂਲ ਦ੍ਰਿੜ ਕਰਵਾ ਦਿੱਤੇ। ਕਿਉਂਕਿ ਸਿੱਖੀ ਕੀ ਹੈ? ਸਿੱਖੀ ਸਿੱਖਿਆ ਗੁਰ ਵਿਚਾਰ। ਜੇ ਆਪਾਂ ਗੁਰੂ ਦੇ ਅਸੂਲਾਂ 'ਤੇ ਚੱਲਦੇ ਹਾਂ ਤਾਂ ਅਸੀਂ ਸਿੱਖ ਹਾਂ। ਜੇ ਗੁਰੂ ਦੇ ਅਸੂਲਾਂ ਨੂੰ ਛਿੱਕੇ 'ਤੇ ਟੰਗ ਛੱਡਿਆ ਹੈ ਫਿਰ ਕਿਹੜੀ ਗੱਲ ਦੇ ਸਿੱਖ ਹਾਂ। ਮਹਾਰਾਜ ਆਖਿਆ ਨਾਮ ਜਪਣਾ, ਧਰਮ ਦੀ ਕਿਰਤ ਕਰਨੀ, ਵੰਡ ਛਕਣਾ, ਇਹ ਸਿੱਖੀ ਦੇ ਮੁੱਢਲੇ ਅਸੂਲ ਹਨ। ਦਿਨੇ ਰਾਤ ਉੱਠਦਿਆਂ ਬੈਠਦਿਆਂ ਨਾਮ ਦੀ ਕਮਾਈ ਕਰਨੀ, ਸਿਮਰਨ ਕਰਨਾ ਹੈ, ਧਰਮ ਦੀ ਕਿਰਤ ਕਰਨੀ ਹੈ। ਇਹ ਨਹੀਂ ਦੇਖਣਾ ਵੀ ਜਦੋਂ ਮਾਲਕ ਬਹੁਤਾ ਗੱਫਾ ਦੇਵੇਗਾ ਫਿਰ ਦਾਨ ਪੁੰਨ ਕਰਾਂਗੇ, ਜਿੰਨੀ ਵੀ ਕਮਾਈ ਹੈਗੀ ਉਹਦੇ ਵਿੱਚੋਂ ਦਸਵੰਧ ਜ਼ਰੂਰ ਕੱਢਣਾ ਹੈ। ਇਹ ਸਿੱਖੀ ਦਾ ਅਸੂਲ ਹੈ ਹਰ ਇੱਕ ਵਾਸਤੇ। ਥੋੜੇ ਹੈ ਥੋੜਾ ਕੱਢ ਲਓ, ਬਹੁਤਾ ਹੈ ਬਹੁਤਾ ਕੱਢ ਲਓ, ਹਰ ਇੱਕ ਦਾ ਫਰਜ਼ ਹੈ ਦਸਵੰਧ ਕੱਢਣਾ। ਇਹਨੇ ਮਹਾਰਾਜ ਦੇ ਅਸੂਲਾਂ ਨੂੰ ਧਾਰਨ ਕਰਕੇ ਕਮਾਈ ਕੀਤੀ। ਫਿਰ ਕੁਦਰਤੀ ਤੌਰ 'ਤੇ ਧਨ ਪਦਾਰਥ ਜਿਹੜਾ ਸੀ ਘਟਣਾ ਸ਼ੁਰੂ ਹੋ ਗਿਆ। ਲੋਕਾਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ, ਔਰ ਇਹ ਜੋ ਸੀ ਦ੍ਰਿੜ ਰਿਹਾ, ਕਾਇਮ ਰਿਹਾ, ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਗਿਆ। ਸਤਿਗੁਰੂ ਜੀ ਨੇ ਬਚਨ ਕੀਤਾ ਕਿ ਤੂੰ ਸਿੱਖੀ ਦੇ ਵਿੱਚ ਕਾਇਮ ਰਿਹਾ ਹੈ, ਇਸ ਕਰਕੇ ਹੁਣ ਤੈਨੂੰ 10 ਗੁਣਾ ਜ਼ਿਆਦਾ ਧਨ ਪਦਾਰਥ ਮਿਲੇਗਾ, ਨਾਮ ਵੀ ਮਿਲੇਗਾ, ਸਾਰਾ ਕੁਝ ਹੀ ਮਿਲੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਸਾਨੂੰ ਸਮਝਾਉਂਦੇ ਹਨ ਕਿ ਮਾਲਕ ਦੇ ਕੋਲੋਂ ਇਸ ਤਰ੍ਹਾਂ ਮੰਗਣਾ ਚਾਹੀਦਾ ਹੈ ਕਿ ਹੇ ਵਾਹਿਗੁਰੂ ਜੀ ਕਿਰਪਾ ਕਰੋ, ਦਇਆ ਦੇ ਘਰ ਦੇ ਵਿੱਚ ਆਓ, ਸਾਨੂੰ ਨਾਮ ਦੀ ਜੋ ਦਾਤ ਹੈ ਉਹ ਦੇਣਾ ਕਰੋ ਜੀ। ਹਉ ਬਲਿਹਾਰੈ ਜਾਓ, ਸਾਚੇ ਤੇਰੇ ਨਾਮ ਵਿਟੋ। ਮੈਂ ਤੁਹਾਡੇ ਨਾਮ ਤੋਂ ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਕਿਉਂਕਿ ਜੇਕਰ ਆਪਾਂ ਚਾਹੁੰਦੇ ਹਾਂ ਸਿੱਖੀ ਮਿਲ ਜਾਵੇ, ਨਾਮ ਮਿਲ ਜਾਵੇ, ਉਹਦੇ ਬਦਲੇ ਫਿਰ ਕੁਝ ਦੇਣਾ ਵੀ ਪੈਂਦਾ ਹੈ ਨਾ, ਫ੍ਰੀ ਵਿੱਚ ਨਹੀਂ ਮਿਲਦਾ ਹੈ। ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਆ ਪਾਈਐ। ਸਿਰ ਦੇਣਾ ਪੈਂਦਾ ਹੈ, ਜਾਂ ਫਿਰ ਇੰਜ ਕਹਿ ਲਿਆ ਜਾਵੇ ਸਿਰ ਦੇ ਵਿੱਚ ਜਿਹੜੀ ਬੰਦੇ ਦੀ ਵਿਚਾਰ ਹੈ ਉਹ ਗੁਰੂ ਦੇ ਚਰਨਾਂ ਦੇ ਵਿੱਚ ਰੱਖਣੀ ਪੈਂਦੀ ਹੈ। ਗੁਰੂ ਦੀ ਮੱਤ ਨੂੰ ਧਾਰਨ ਕਰਨਾ ਪੈਂਦਾ ਹੈ, ਆਪਣੀ ਮੱਤ ਦਾ ਤਿਆਗ ਕਰਨਾ ਪੈਂਦਾ ਹੈ, ਤਾਂ ਹੀ ਫਿਰ ਖੇਡ ਅੱਗੇ ਚੱਲਦੀ ਹੈ। ਜੇਕਰ ਬੰਦਾ ਆਪਣੀ ਮੱਤ ਦੇ ਅਨੁਸਾਰ ਹੀ ਚੱਲਦਾ ਰਹੇ ਫਿਰ ਪਰਮਾਰਥ ਦੇ ਰਸਤੇ ਦੇ ਉੱਪਰ ਨਹੀਂ ਚੱਲਿਆ ਜਾ ਸਕਦਾ ਹੈ। ਕਹਿੰਦੇ ਅਸੀਂ ਤੇਰੇ ਨਾਮ ਤੋਂ ਕੁਰਬਾਨ ਜਾਂਦੇ ਹਾਂ, ਆਪਣੀ ਵਿਚਾਰ ਧਾਰਾ ਤੁਹਾਡੇ ਚਰਨਾਂ ਦੇ ਵਿੱਚ ਭੇਟਾ ਕਰਦੇ ਹਾਂ ਜੀ। ਕਰਨ ਕਾਰਨ ਸਭਨਾ ਕਾ ਏਕੋ,
ਅਵਰ ਨਾ ਦੂਜਾ ਕੋਈ। ਸਾਰੇ ਕਾਰਨਾਂ ਨੂੰ ਕਰਨ ਵਾਲਾ ਤੂੰ ਇੱਕ ਹੀ ਹੈ, ਹੋਰ ਕਿਸੇ ਦੇ ਵਿੱਚ ਵੀ ਐਸੀ ਸਮਰੱਥਾ ਨਹੀਂ ਹੈ। ਸਾਰਾ ਕੁਝ ਤੂੰ ਆਪ ਹੀ ਕਰ ਰਿਹਾ ਹੈ, ਹੋਰ ਕੋਈ ਵੀ ਕੋਈ ਕਾਰਨ ਕਰਨ ਵਾਲਾ ਨਹੀਂ ਹੈ। ਰਹਾਉ ਵਿਸ਼ਰਾਮ ਦੇ ਕੇ ਉਪਦੇਸ਼ ਕਰਦੇ ਹਨ। ਬਹੁਤੇ ਫੇਰ ਪਾਏ ਕਿਰਪਨ ਕੋ, ਅਬ ਕਿਛ ਕਿਰਪਾ ਕੀਜੈ। ਮੈਨੂੰ ਕੰਜੂਸ ਨੂੰ, ਮੈਨੂੰ ਮਾਇਆ ਦੇ ਵਿੱਚ ਵਿਹੜੇ ਹੋਏ ਨੂੰ ਕਈ ਫੇਰੇ ਪੈ ਗਏ ਹਨ। ਭਗਤਾਂ ਨੇ ਆਖਿਆ ਬਹੁਤ ਜਨਮ ਬਿਸਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵਾ, ਚਿਰ ਭਇਓ ਦਰਸ਼ਨ ਦੇਖੇ। ਕਬੀਰ ਸਾਹਿਬ ਜੀ ਕਹਿੰਦੇ ਐਸੇ ਘਰ ਹਮ ਬਹੁਤ ਵਸਾਏ। ਜਿਸ ਤਰ੍ਹਾਂ ਦਾ ਹੁਣ ਘਰ ਵਸਾਇਆ ਹੈ, ਕਈ ਵਾਰੀ ਵਸਾ ਚੁੱਕੇ ਹਾਂ। ਇਸ ਕਰਕੇ ਕਿਰਪਾ ਕਰੋ, ਰਹਿਮਤ ਕਰੋ। ਐਤਕੀ ਵੀ ਜਿਹੜਾ ਹੈ ਨਾ, ਇਹ ਵਾਰੀ ਜਿਹੜੀ ਹੈ ਐਵੇਂ ਨਿਸਫਲ ਨਾ ਚਲੀ ਜਾਵੇ। ਤੁਸੀਂ ਤਾਂ ਕਈ ਵਾਰੀ ਮੌਕੇ ਦਿੱਤੇ ਸਨ, ਕਈ ਵਾਰੀ ਸਾਵਣ ਆਏ, ਕਈ ਵਾਰੀ ਬਸੰਤ ਆਏ, ਸੁੱਕੇ ਹੀ ਲੰਘ ਗਏ। ਐਤਕੀ ਕਿਰਪਾ ਕਰ ਦਿਓ, ਐਤਕੀ ਰਹਿਮਤ ਕਰੋ। ਇਹ ਜੋ ਜੀਵਨ ਰੂਪੀ ਸਾਵਣ ਮਿਲਿਆ ਹੈ, ਇਹਦੇ ਉੱਪਰ ਤੇਰੀ ਰਹਿਮਤ ਦੀ ਬਾਰਿਸ਼ ਹੋ ਜਾਵੇ। ਉਹ ਦਇਆਲ ਦਰਸ਼ਨ ਦੇਹੁ ਆਪਣਾ, ਐਸੀ ਬਖਸ਼ ਕਰੀਜੈ। ਦਇਆ ਦੇ ਘਰ ਦੇ ਵਿੱਚ ਆਓ, ਇਸ ਤਰ੍ਹਾਂ ਦੀ ਕਿਰਪਾ ਕਰੋ, ਐਸੀ ਰਹਿਮਤ ਕਰੋ। ਆਪਣਾ ਜੋ ਦੀਦਾਰ ਹੈ, ਆਪਣਾ ਜੋ ਦਰਸ਼ਨ ਹੈ, ਉਹ ਬਖਸ਼ਣਾ ਕਰੋ, ਜਿਹੜੇ ਦਰਸ਼ਨ ਦੇ ਨਾਲ ਅਸੀਂ ਨਿਹਾਲ ਹੋ ਜਾਈਏ। ਅੱਜ ਕੱਲ੍ਹ ਬੜੇ ਡੰਬੀ ਪਖੰਡੀ ਵੀ ਤੁਰੇ ਫਿਰਦੇ ਹਨ ਜੀ। ਫਲਾਣਾ ਲਾਈਟਾਂ ਵਾਲਾ ਬਾਬਾ ਹੈ ਜੀ, ਉਹ ਲਾਈਟ ਵਿਖਾਲ ਦਿੰਦਾ ਹੈ। ਸਾਧ ਸੰਗਤ ਜੀ, ਇਸ ਤਰ੍ਹਾਂ ਲਾਈਟਾਂ ਦੇ ਨਾਲ ਬੰਦੇ ਦੇ ਪਾਪ ਨਹੀਂ ਨਾਸ਼ ਹੁੰਦੇ ਹਨ। ਬੰਦੇ ਦਾ ਜੀਵਨ ਕੋਈ ਨਹੀਂ ਬਦਲਦਾ ਹੈ, ਉਸੇ ਤਰ੍ਹਾਂ ਦਾ ਹੀ ਬਣਿਆ ਰਹਿੰਦਾ ਹੈ। ਜਦੋਂ ਵਾਹਿਗੁਰੂ ਦਾ ਪਰਮ ਪ੍ਰਕਾਸ਼ ਦਿਖਾਈ ਦਿੰਦਾ ਹੈ, ਸਾਰੇ ਪਾਪ ਜਲ ਕੇ ਰਾਖ ਹੋ ਜਾਂਦੇ ਹਨ, ਕੋਈ ਪਾਪ ਨਹੀਂ ਰਹਿ ਜਾਂਦਾ ਹੈ। ਬੰਦਾ ਜੀਵਨ ਮੁਕਤ ਹੋ ਜਾਂਦਾ ਹੈ। ਐਸੀ ਰਹਿਮਤ ਕਰੋ, ਐਸਾ ਆਪਣਾ ਦੀਦਾਰ ਬਖਸ਼ਣਾ ਕਰੋ ਜੀ। ਭਨਤ ਨਾਨਕ ਭਰਮ ਪਟ ਖੂਲੇ, ਗੁਰ ਪ੍ਰਸਾਦੀ ਜਾਣਿਆ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੋਹਰ ਛਾਪ ਹੇਠ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ ਜਦ ਗੁਰੂ ਨੇ ਕਿਰਪਾ ਕੀਤੀ, ਗੁਰੂ ਨੇ ਰਹਿਮਤ ਕੀਤੀ, ਫਿਰ ਭਰਮ ਦੇ ਜਿਹੜੇ ਪਰਦੇ ਸਨ ਉਹ ਸਾਰੇ ਖੁੱਲ੍ਹ ਗਏ, ਦੂਰ ਹੋ ਗਏ। ਕਿਉਂਕਿ ਪਰਦੇ ਦੇ ਉੱਪਰ ਜੋ ਕਲਾਕਾਰ ਕਲਾਕਾਰੀ ਵਿਖਾਉਂਦੇ ਹਨ, ਉਹ ਪਰਦੇ ਦੇ ਪਿੱਛੇ ਕੁਝ ਹੋਰ ਹੁੰਦਾ ਹੈ। ਉਹ ਰੀਅਲ ਰੂਪ ਦੇ ਵਿੱਚ, ਅਸਲੀ ਰੂਪ ਦੇ ਵਿੱਚ ਉਹ ਨਹੀਂ ਹੁੰਦੇ ਹਨ। ਕੋਈ ਰਾਜਾ ਬਣ ਜਾਂਦਾ ਹੈ, ਕੋਈ ਚੋਰ ਬਣ ਜਾਂਦਾ ਹੈ, ਕੋਈ ਕੁਝ ਬਣ ਜਾਂਦਾ ਹੈ, ਜਿਹੜੇ ਐਕਟਰ ਹਨ। ਇਸੇ ਤਰ੍ਹਾਂ ਜਦ ਕਿਸੇ ਦਾ ਭਰਮ ਦਾ ਪਰਦਾ ਖੁੱਲ੍ਹ ਜਾਂਦਾ ਹੈ ਨਾ, ਗੁਰੂ ਦੂਰ ਕਰ ਦਿੰਦਾ ਹੈ, ਫਿਰ ਤਾਂ ਬਸ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ, ਸਾਰਿਆਂ ਵਿੱਚ ਤੂੰ ਹੀ ਹੈ। ਇਹ ਪਰਦੇ ਉੱਪਰ ਜੋ ਨਿਰਤ ਕਰ ਰਹੇ ਹਨ, ਪਰਦੇ ਦੇ ਪਿੱਛੇ ਤਾਂ ਤੂੰ ਹੀ ਡਾਇਰੈਕਸ਼ਨ ਦੇ ਰਿਹਾ ਹੈ, ਤਾਂ ਹੀ ਕਰ ਰਹੇ ਹਨ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਕਾਲ ਉਸਤਤ ਦੇ ਵਿੱਚ ਇਸ ਤਰ੍ਹਾਂ ਤੂੰ ਹੀ ਦੀ ਧੁਨ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਐਸੇ ਮਸਤ ਹੁੰਦੇ ਹਨ, ਉਚਾਰੀ ਜਾਂਦੇ ਹਨ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਔਰ ਭਾਈ ਮਨੀ ਸਿੰਘ ਸਾਹਿਬ ਜੀ ਲਿਖੀ ਜਾਂਦੇ ਹਨ। ਨਾ ਲਿਖਾਉਣ ਵਾਲਾ ਰੁਕਦਾ ਹੈ, ਨਾ ਲਿਖਣ ਵਾਲਾ ਹੀ ਰੁਕਦਾ ਹੈ। ਮਹਾਰਾਜ ਲਿਖਾਈ ਜਾਂਦੇ ਹਨ, ਭਾਈ ਮਨੀ ਸਿੰਘ ਸਾਹਿਬ ਜੀ ਲਿਖੀ ਜਾਂਦੇ ਹਨ।
ਕਹਿੰਦੇ 16,000 ਵਾਰੀ ਲਿਖਿਆ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਤੂੰ ਹੀ ਦੀ ਧੁਨ ਦੇ ਵਿੱਚੋਂ ਬਾਹਰ ਆਏ। ਆਖਣ ਲੱਗੇ ਕਿੰਨੀ ਵਾਰੀ ਲਿਖਿਆ ਗਿਆ ਹੈ? ਭਾਈ ਮਨੀ ਸਿੰਘ ਜੀ ਆਖਣ ਲੱਗੇ 16,000 ਵਾਰੀ। ਮਹਾਰਾਜ ਕਹਿੰਦੇ 16 ਵਾਰੀ ਰਹਿਣ ਦਿਓ, ਬਾਕੀ ਮਿਟਾ ਦਿਓ। ਜਿਹੜੇ ਅਕਾਲ ਉਸਤ ਕਰਦਿਆਂ ਹੋਇਆਂ 16 ਵਾਰੀ ਪੜ੍ਹਨਗੇ ਉਹਨਾਂ ਨੂੰ 16,000 ਵਾਰੀ ਦਾ ਹੀ ਫਲ ਮਿਲੇਗਾ। ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਵੀ ਸਿੱਖ ਇਹ ਨਹੀਂ ਵੀ 5 ਬਾਣੀਆਂ ਪੜ੍ਹ ਲਈਆਂ ਤੇ ਕੰਮ ਮੁੱਕ ਗਿਆ। ਬਾਕੀ ਬਾਣੀਆਂ ਦੇ ਵੀ ਕਦੇ ਕਦੇ ਦਰਸ਼ਨ ਕਰਨੇ ਚਾਹੀਦੇ ਹਨ, ਜਾਂ ਤਾਂ ਨਿਤਨੇਮ ਦਾ ਹਿੱਸਾ ਬਣਾਉਣੀਆਂ ਚਾਹੀਦੀਆਂ ਹਨ, ਨਹੀਂ ਫਿਰ ਹਫ਼ਤੇ ਬਾਅਦ, 10 ਦਿਨਾਂ ਬਾਅਦ, ਮਹੀਨੇ ਬਾਅਦ ਕਦੇ ਕਦੇ ਬਾਕੀ ਬਾਣੀਆਂ ਦੇ ਵੀ ਦਰਸ਼ਨ ਕਰਨੇ ਚਾਹੀਦੇ ਹਨ। ਉਹਨਾਂ ਦੇ ਵਿੱਚ ਵੀ ਬੜੀਆਂ ਬੜੀਆਂ ਬਰਕਤਾਂ ਹਨ, ਬੜੀਆਂ ਬੜੀਆਂ ਬਖਸ਼ਿਸ਼ਾਂ ਹਨ। ਕਹਿੰਦੇ ਜਦੋਂ ਭਰਮ ਦੂਰ ਹੋ ਗਿਆ, ਫਿਰ ਪਤਾ ਚੱਲ ਗਿਆ ਵੀ ਪਰਦੇ ਦੇ ਉੱਪਰ ਜੋ ਕੁਝ ਹੋ ਰਿਹਾ ਹੈ ਉਹ ਪਰਦੇ ਦੇ ਪਿੱਛੋਂ ਕਿਸੇ ਡਾਇਰੈਕਸ਼ਨ ਦੇ ਨਾਲ ਹੋ ਰਿਹਾ ਹੈ। ਕੋਈ ਡਾਇਰੈਕਟਰ ਇਹ ਕੰਮ ਕਰ ਰਿਹਾ ਹੈ ਜੋ ਇਹ ਬੋਲ ਰਹੇ ਹਨ। ਫਿਰ ਕੋਈ ਆਪਣਾ ਬਿਗਾਨਾ ਨਹੀਂ ਰਹਿ ਜਾਂਦਾ ਹੈ, ਕੋਈ ਫਿਰ ਤੇਰ ਮੇਰ ਨਹੀਂ ਰਹਿ ਜਾਂਦੀ ਹੈ। ਫਿਰ ਸਾਰਿਆਂ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਹੀ ਦਿਖਾਈ ਦਿੰਦਾ ਹੈ। ਜਦ ਗੁਰੂ ਦੀ ਕਿਰਪਾ ਦੇ ਨਾਲ ਕਿਸੇ ਦਾ ਭਰਮ ਦਾ ਪਰਦਾ ਦੂਰ ਹੋ ਜਾਂਦਾ ਹੈ। ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਨਿਆ। ਜਦੋਂ ਕਹਿੰਦੇ ਇਸ ਤਰ੍ਹਾਂ ਸੱਚੀ ਲਿਵ ਜਿਹੜੀ ਸੀ ਅੰਦਰ ਅੰਤਰਮੁਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਲੱਗ ਗਈ, ਜੁੜ ਗਈ, ਫਿਰ ਕਹਿੰਦੇ ਗੁਰੂ ਦੇ ਨਾਲ ਜਿਹੜਾ ਮਨ ਸੀ ਉਹ ਮੰਨ ਗਿਆ, ਭਤੀਜ ਗਿਆ। ਫਿਰ ਸਦਾ ਵਾਸਤੇ ਇੱਕ ਰਸ ਹੀ ਐਸੇ ਜਿਹੜੇ ਸਤਿਪੁਰਸ਼ ਹਨ ਜੁੜੇ ਰਹਿੰਦੇ ਹਨ। ਕਦੇ ਵਾਸਤੇ ਵੀ ਉਹਨਾਂ ਦੇ ਜੀਵਨ ਦੇ ਵਿੱਚ ਵਖਰੇਵਾਂ ਨਹੀਂ ਹੁੰਦਾ ਹੈ। ਆਓ ਸਾਧ ਸੰਗਤ ਜੀ, ਜਿਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਲੜੀਵਾਰ ਸ਼ਬਦ ਦੇ ਵਿੱਚ ਆਪਾਂ ਨੂੰ ਬਖਸ਼ਿਸ਼ਾਂ ਵੰਡ ਰਹੇ ਹਨ, ਉਹ ਜੋ ਸ਼ਬਦ ਹੈ ਪਿਆਰ ਦੇ ਨਾਲ ਸਰਵਣ ਕਰੀਏ ਜੀ। ਰਾਮ ਕਲੀ ਮਹੱਲਾ ਪੰਜਵਾ, ਆਵਤ ਹਰਖ ਨਾ ਜਾਵਤ ਦੁਖਾ। ਇਹ ਪੂਰਨ ਪੁਰਸ਼ ਦੇ ਲਕਸ਼ਣ ਸਤਿਗੁਰੂ ਜੀ ਇਸ ਸ਼ਬਦ ਦੇ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਰਾਮਕਲੀ ਰਾਗ ਦੇ ਵਿੱਚ ਸਾਨੂੰ ਦੱਸ ਰਹੇ ਹਨ ਵੀ ਪੂਰਨ ਪੁਰਸ਼ ਦਾ ਜੀਵਨ ਕਿਸ ਤਰ੍ਹਾਂ ਦਾ ਹੁੰਦਾ ਹੈ। ਜਦ ਕੋਈ ਕਹਿੰਦੇ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ, ਕੁਝ ਆਉਂਦਾ ਹੈ ਜੀਵਨ ਦੇ ਵਿੱਚ, ਉਹ ਫਿਰ ਬਹੁਤੇ ਖੁਸ਼ ਨਹੀਂ ਹੁੰਦੇ ਹਨ। ਜਦ ਕੋਈ ਜੀਵਨ ਦੇ ਵਿੱਚੋਂ ਚਲਾ ਜਾਂਦਾ ਹੈ, ਫਿਰ ਕਹਿੰਦੇ ਬਹੁਤੇ ਦੁਖੀ ਨਹੀਂ ਹੁੰਦੇ ਹਨ। ਇਹ ਮਨਮੁਖ ਦੀ ਦਸ਼ਾ ਹੈ। ਜਬ ਕਛ ਪਾਵੈ ਤਬ ਗਰਭ ਕਰਤ ਹੈ। ਜਦ ਕੁਝ ਮਿਲ ਜਾਂਦਾ ਹੈ ਪੈਰ ਭੁੰਜੇ ਨਹੀਂ ਲੱਗਦੇ ਹਨ। ਮਾਇਆ ਗਈ ਤਬ ਰੋਵਨ ਲਗਤ ਹੈ। ਸਤਿਪੁਰਸ਼ ਇੱਕ ਰਸ ਰਹਿੰਦੇ ਹਨ। ਉਹ ਆਏ ਤੇ ਖੁਸ਼ ਨਹੀਂ ਹੁੰਦੇ ਹਨ, ਜਾਣ ਤੇ ਦੁਖੀ ਨਹੀਂ ਹੁੰਦੇ ਹਨ। ਨਹਿ ਵਿਆਪੈ ਮਨ ਰੋਗਨੀ। ਅਤੇ ਕਹਿੰਦੇ ਉਹਨਾਂ ਦੇ ਮਨ ਨੂੰ ਕਿਸੇ ਪ੍ਰਕਾਰ ਦਾ ਜਿਹੜਾ ਰੋਗ ਹੈ ਨਾ, ਉਹ ਚੰਬੜਦਾ ਨਹੀਂ ਹੈ, ਮਨ ਦੇ ਉੱਪਰ ਨਹੀਂ ਲੈਂਦੇ ਹਨ। ਕਈ ਵਾਰੀ ਤਨ ਦੇ ਉੱਪਰ ਤਾਂ ਹੰਢਾ ਲੈਂਦੇ ਹਨ, ਪਰ ਉਹਦਾ ਅਸਰ ਮਨ ਦੇ ਉੱਪਰ ਨਹੀਂ ਕਬੂਲਦੇ ਹਨ। ਮਨ ਕਰਕੇ ਉਹ ਹਰ ਤਰ੍ਹਾਂ ਦੇ ਨਾਲ ਨਿਰਲੇਪ ਰਹਿੰਦੇ ਹਨ। ਸਦਾ ਆਨੰਦ ਗੁਰ ਪੂਰਾ ਪਾਇਆ, ਤਉ ਤਰੀ ਸਗਲ ਬਿਯੋਗਨੀ। ਗੁਰਮੁਖਾਂ ਦੇ ਜੀਵਨ ਦੇ ਵਿੱਚ ਸਦੀਵ ਕਾਲ ਵਾਸਤੇ ਆਨੰਦ ਬਣਿਆ ਰਹਿੰਦਾ ਹੈ, ਕਿਉਂਕਿ ਸੁੱਖ ਦਾ ਬਦਲ ਹੈ ਦੁੱਖ, ਆਨੰਦ ਦਾ ਕੋਈ ਬਦਲ ਨਹੀਂ ਹੈ। ਆਨੰਦ ਸਦਾ ਆਨੰਦ ਹੀ ਰਹਿੰਦਾ ਹੈ। ਔਰ ਇਸ ਦੀ ਸਮਝ ਗੁਰੂ ਦੇ ਚਰਨਾਂ ਨਾਲ ਜੁੜ ਕੇ ਪੈਂਦੀ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਕਹਿੰਦੇ ਗੁਰਮੁਖਾਂ ਦੇ ਜੀਵਨ ਦੇ ਵਿੱਚ ਹਮੇਸ਼ਾ ਆਨੰਦ ਬਣਿਆ ਰਹਿੰਦਾ ਹੈ।
ਔਰ ਫਿਰ ਕਹਿੰਦੇ ਉਹਨਾਂ ਦੇ ਜੀਵਨ ਦੇ ਵਿੱਚੋਂ ਵਿਛੋੜੇ ਆਦਿਕ ਦੀ ਜਿਹੜੀ ਪੀੜਾ ਹੈ, ਵਿਯੋਗ ਹੈ, ਉਹ ਖਤਮ ਹੋ ਜਾਂਦਾ ਹੈ ਜਦ ਮਿਲਾਪ ਹੋ ਜਾਂਦਾ ਹੈ। ਇਹ ਬਿਦ ਹੈ ਮਨ ਜੋਗਨੀ। ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਜਿਹੜਾ ਮਨ ਹੈ ਉਹ ਗੁਰਮੁਖਾਂ ਦਾ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ। ਮੋਹ ਸੋਗ ਰੋਗ ਲੋਗ ਨਾ ਵਿਆਪੈ, ਤਹ ਹਰ 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 ਰਸ ਭੋਗਨੀ। ਨਾ ਉਹਨਾਂ ਦੇ ਪ੍ਰਮੋਹ ਦਾ ਅਸਰ, ਨਾ ਸੋਗ ਦਾ ਅਸਰ, ਨਾ ਰੋਗ ਦਾ ਅਸਰ, ਨਾ ਲੋਕਾਂ ਦੀਆਂ ਚਤਰਾਈਆਂ ਸਿਆਣਪਾਂ ਦਾ ਅਸਰ। ਹਮੇਸ਼ਾ ਹੀ ਕਹਿੰਦੇ ਨਾਮ ਰਸ ਨੂੰ ਉਹ ਭੋਗਦੇ ਰਹਿੰਦੇ ਹਨ, ਨਾਮ ਦਾ ਰਸ ਮਾਣਦੇ ਰਹਿੰਦੇ ਹਨ। ਰਹਾਓ ਸੁਰਗ ਪਵਿੱਤਰਾ ਮਿਰਤ ਪਵਿੱਤਰਾ, ਪਿਆਲ ਪਵਿੱਤਰ ਅਲੋਗਨੀ। ਵਿਸ਼ਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਹਨ ਵੀ ਸਵਰਗ ਦੇ ਵਿੱਚ, ਮਾਤ ਲੋਕ ਦੇ ਵਿੱਚ ਔਰ ਪਿਆਲ ਲੋਕ ਦੇ ਵਿੱਚ ਸਾਰੇ ਪਾਸੇ ਕਹਿੰਦੇ ਜਿਹੜੇ ਉਹਨਾਂ ਨੂੰ ਉਸ ਬ੍ਰਹਮ ਦੀ ਜੋਤ ਦਿਖਾਈ ਦਿੰਦੀ ਹੈ। ਸਾਰੇ ਪਾਸੇ ਵਾਹਿਗੁਰੂ ਪਰਮੇਸ਼ਰ ਵਿਆਪਕ ਰਮਿਆ ਹੋਇਆ ਦਿਖਾਈ ਦਿੰਦਾ ਹੈ। ਅਲੋਗਨੀ ਤੋਂ ਭਾਵ ਕਿ ਉਹ ਫਿਰ ਐਸੇ ਜਿਹੜੇ ਸਤਿਪੁਰਸ਼ ਹਨ, ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ, ਲੋਕਾਂ ਦੇ ਵਿੱਚ ਰਹਿੰਦਿਆਂ ਹੋਇਆਂ ਅਲੋਗ ਰਹਿੰਦੇ ਹਨ, ਨਿਰਲੇਪ ਰਹਿੰਦੇ ਹਨ। ਆਗਿਆਕਾਰੀ ਸਦਾ ਸੁਖ ਪੁੰਚੈ, ਜਤ ਕਤ ਪੇਖੋ ਹਰ ਗੁਣੀ। ਵਾਹਿਗੁਰੂ ਦੇ ਰਜਾ ਦੇ ਵਿੱਚ, ਉਹਦੀ ਆਗਿਆ ਦੇ ਵਿੱਚ ਚੱਲਦੇ ਹਨ, ਸਦਾ ਵਾਸਤੇ ਸੁੱਖ ਨੂੰ ਪੁੰਚਦੇ ਹਨ, ਮਾਣਦੇ ਹਨ। ਜਿੱਧਰ ਕਿੱਧਰ ਵੀ ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਦੇ ਗੁਣ ਹੀ ਉਹਨਾਂ ਨੂੰ ਦਿਖਾਈ ਦਿੰਦੇ ਹਨ। ਨਹਿ ਸਿਵ ਸਕਤੀ ਜਲ ਨਹੀਂ ਪਵਨਾ, ਤਹ ਆਕਾਰ ਨਹੀਂ ਮੇਦਨੀ। ਹੋਰ ਪ੍ਰਕਿਰਤਕ ਨਿਯਮਾਂ ਦੇ ਹਿਸਾਬ ਦੇ ਨਾਲ ਸ਼ਿਵ ਸ਼ਕਤੀ ਆਦਿਕ, ਜਲ ਆਦਿਕ, ਹਵਾ ਆਦਿਕ, ਕਹਿੰਦੇ ਨਾ ਹੀ ਧਰਤੀ ਆਦਿਕ ਜਿਹੜੀ ਹੈ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਵਿਖਰਾਵਾਂ ਪਾਉਂਦੇ ਹਨ। ਹਮੇਸ਼ਾ ਹੀ ਸਾਰੇ ਪਾਸੇ ਐਸੇ ਸਤਿਪੁਰਸ਼ ਜੁੜੇ ਹੀ ਰਹਿੰਦੇ ਹਨ, ਕਦੇ ਟੁੱਟਦੇ ਨਹੀਂ ਹਨ। ਸਤਿਗੁਰ ਜੋਗ ਕਾ ਤਹਾਂ ਨਿਵਾਸਾ, ਜਹ ਅਵਗਤ ਨਾਥ ਅਗਮ ਧਨੀ। ਜਿਹੜਾ ਸਤਿਗੁਰੂ ਜੀ ਨੇ ਜੋਗ ਸਿਖਾਇਆ ਹੈ, ਸਹਿਜ ਜੋਗ, ਕਹਿੰਦੇ ਇਸ ਤਰ੍ਹਾਂ ਦਾ ਉਹਨਾਂ ਦਾ ਐਸੇ ਸਹਿਜ ਜੋਗ ਦੇ ਵਿੱਚ ਵਾਸਾ ਹੁੰਦਾ ਹੈ ਜਿੱਥੇ ਉਹ ਵਾਹਿਗੁਰੂ ਪਰਮੇਸ਼ਰ ਅਵਿਅਕਤ ਹੈ, ਗਮਤਾ ਤੋਂ ਰਹਿਤ ਹੈ, ਧਨੀ ਹੈ। ਕਿਉਂਕਿ ਇਹ ਨਹੀਂ ਵੀ ਜੇਕਰ ਸਮਾਧੀ ਦੇ ਵਿੱਚ ਚਲੇ ਗਏ ਫਿਰ ਰਸ ਮਾਣਿਆ, ਜਦ ਸਮਾਧੀ ਤੋਂ ਬਾਹਰ ਆਏ ਫਿਰ ਉਸੇ ਤਰ੍ਹਾਂ ਸੰਸਾਰੀ ਬਿਰਤੀ ਬਣ ਗਈ। ਜਿਹੜੇ ਸਤਿਪੁਰਸ਼ ਹੋਇਆ ਕਰਦੇ ਹਨ ਉਹਨਾਂ ਵਾਸਤੇ ਕਿਆ ਸਵਣਾ, ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ, ਜਿਨ੍ਹਾਂ ਸਾਸ ਕੀ ਰਾਸ ਨਾ ਵਿਸਰੇ ਸੇ ਪੂਰੇ ਪੁਰਖ ਪ੍ਰਧਾਨ। ਉਹ ਸਦਾ ਹੀ ਸੌਂਦੇ ਹੋਏ, ਜਾਗਦੇ ਹੋਏ, ਕੰਮ ਕਾਜ ਕਰਦੇ ਹੋਏ ਹਮੇਸ਼ਾ ਹੀ ਉਹਨਾਂ ਦੀ ਸਮਾਧੀ ਵਾਲੀ ਹੀ ਅਵਸਥਾ ਬਣੀ ਰਹਿੰਦੀ ਹੈ। ਤਨ ਮਨ ਹਰਿ ਕਾ, ਧਨ ਸਭ ਹਰਿ ਕਾ, ਹਰਿ ਕੇ ਗੁਣ ਹੋ ਕਿਆ ਗਨੀ। ਤਨ ਮਨ ਧਨ ਸਾਰਾ ਕੁਝ ਵਾਹਿਗੁਰੂ ਦਾ ਹੀ ਸਮਝਦੇ ਹਨ। ਇਸ ਕਰਕੇ ਮਹਾਰਾਜ ਜਗਿਆਸੂ ਰੂਪ ਹੋ ਕੇ ਬਚਨ ਕਰਦੇ ਹਨ ਕਿ ਉਸ ਵਾਹਿਗੁਰੂ ਪਰਮੇਸ਼ਰ ਦੇ ਕਿਤਨੇ ਕੁ ਗੁਣਾਂ ਦਾ ਅਸੀਂ ਗਾਇਨ ਕਰੇ, ਬਿਆਨ ਨਹੀਂ ਕੀਤੇ ਜਾ ਸਕਦੇ ਹਨ। ਕਹੋ ਨਾਨਕ ਹਮ ਤੁਮ ਗੁਰ ਖੋਈ ਹੈ, ਅੰਬੈ ਅੰਬ ਮਿਲੋਗਨੀ। ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੋਹਰ ਛਾਪ ਹੇਠ ਫਰਮਾਉਂਦੇ ਹਨ ਕਿ ਹਮ ਤੁਮ ਵਾਲੀ ਜਿਹੜੀ ਅਵਸਥਾ ਹੈ, ਤੇਰ ਮੇਰ ਵਾਲੀ ਜਿਹੜੀ ਗੱਲ ਹੈ, ਕਹਿੰਦੇ ਉਹਨਾਂ ਦੇ ਜੀਵਨ ਦੇ ਵਿੱਚੋਂ ਖੋਈ ਨਾਸ਼ ਹੋ ਜਾਂਦੀ ਹੈ। ਅੰਬੇ ਅੰਬ ਮਿਲੋਗਣੀ, ਜਿਵੇਂ ਕਹਿੰਦੇ ਪਾਣੀ ਪਾਣੀ ਦੇ ਵਿੱਚ ਮਿਲਾ ਦਈਓ ਫਿਰ ਇੱਕ ਰੂਪ ਹੋ ਜਾਂਦੇ ਹਨ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਵੀ ਬਚਨ ਹਨ, ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ।
ਨੈ ਨਿੰਦਿਆ ਨੈ ਉਸਤਤ ਜਾ ਕੈ ਲੋਭ ਮੋਹ ਅਭਮਾਨਾ। ਹਰਕ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਰਾਸਾ। ਕਾਮ ਕ੍ਰੋਧ ਜੇ ਪਰਸੈ ਨਾਹੰ ਤੇ ਘਟ ਬ੍ਰਹਮ ਨਿਵਾਸਾ। ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਇਹ ਸਾਧ ਸੰਗਤ ਜੀ ਪੂਰਨ ਪੁਰਸ਼ਾਂ ਦੀ ਅਵਸਥਾ ਸਤਿਗੁਰੂ ਪਾਤਸ਼ਾਹ ਜੀ ਨੇ ਵਰਣਨ ਕੀਤੀ ਹੈ। ਦਸਾਂ ਪਾਤਸ਼ਾਹੀਆਂ ਦੇ ਜੀਵਨ ਕਾਲ ਦੇ ਵਿੱਚ ਇਸ ਤਰ੍ਹਾਂ ਦੇ ਸਿੱਖ ਜਗਤ ਦੇ ਵਿੱਚ ਹਜ਼ਾਰਾਂ ਹੀ ਪੂਰਨ ਪੁਰਸ਼ ਹੋਏ ਹਨ। ਉਸ ਤੋਂ ਬਾਅਦ ਵੀ ਸਿਲਸਿਲਾ ਕੋਈ ਬੰਦ ਨਹੀਂ ਹੋਇਆ ਹੈ, ਅੱਜ ਵੀ ਬੰਦ ਨਹੀਂ ਹੈ, ਅੱਜ ਵੀ ਚੱਲ ਰਿਹਾ ਹੈ। ਇਸ ਤਰ੍ਹਾਂ ਦੇ ਕਈ ਪੂਰਨ ਪੁਰਸ਼ ਹਨ ਜਿਹੜੇ ਦੁੱਖ ਤੋਂ ਉੱਪਰ ਉੱਠ ਜਾਂਦੇ ਹਨ, ਸੁੱਖ ਤੋਂ ਉੱਪਰ ਉੱਠ ਜਾਂਦੇ ਹਨ, ਖੁਸ਼ੀ ਤੋਂ ਉੱਪਰ ਉੱਠ ਜਾਂਦੇ ਹਨ, ਗਮੀ ਤੋਂ ਉੱਪਰ ਉੱਠ ਜਾਂਦੇ ਹਨ। ਇੱਕ ਬਚਨ ਕਹਿ ਕੇ ਫਿਰ ਆਪਾਂ ਸਮਾਪਤੀ ਕਰਨੀ ਹੈ। ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਜਦ ਕੁਝ ਸਿਹਤ ਢਿੱਲੀ ਸੀ, ਸਿਵਲ ਸਰਜਨ ਇਲਾਜ ਕਰ ਰਹੇ ਸਨ। ਜਿੱਥੋਂ ਇਲਾਜ ਕਰਨਾ ਸੀ ਪੇਟ ਦੇ ਵਿੱਚੋਂ, ਉੱਥੇ ਥਾਂ ਨੂੰ ਸੁੰਨ ਕਰਨਾ ਪੈਂਦਾ ਸੀ। ਪਰ ਮਹਾਂਪੁਰਸ਼ ਆਖਣ ਲੱਗੇ ਵੀ ਅੱਜ ਤੁਹਾਨੂੰ ਸੁੰਨ ਕਰਨ ਵਾਲਾ ਟੀਕਾ ਲਾਉਣ ਦੀ ਲੋੜ ਨਹੀਂ, ਉਸ ਤਰ੍ਹਾਂ ਹੀ ਇਲਾਜ ਕਰੋ। ਡਾਕਟਰ ਆਖੇ ਵੀ ਮੇਰੀ ਹਿੰਮਤ ਨਹੀਂ ਪੈਂਦੀ ਹੈ। ਆਖਣ ਲੱਗੇ ਨਹੀਂ, ਬਚਨ ਮੰਨੀਦਾ ਹੈ, ਤੁਹਾਨੂੰ ਸੁੰਨ ਕਰਨ ਦੀ ਜ਼ਰੂਰਤ ਨਹੀਂ। ਸੰਤ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਇੱਕ ਹੋਰ ਉਹਨਾਂ ਦੇ ਲਾਗੇ ਸੰਤ ਸਨ, ਉਹਨਾਂ ਦੇ ਨਾਲ ਹੱਸ ਕੇ ਬਚਨ ਕਰ ਰਹੇ ਸਨ। ਉੱਧਰੋਂ ਡਾਕਟਰ ਜਿਹੜਾ ਸੀ ਉਹ ਆਪਣਾ ਇਲਾਜ ਕਰ ਰਿਹਾ ਸੀ। ਇਹ ਸਾਧ ਸੰਗਤ ਜੀ ਪੂਰਨ ਪੁਰਸ਼ਾਂ ਦੀ ਅਵਸਥਾ ਹੋਇਆ ਕਰਦੀ ਹੈ। ਸਰੀਰ ਤੋਂ ਉੱਪਰ ਉੱਠ ਜਾਂਦੇ ਹਨ, ਖੁਸ਼ੀ ਗਮੀ ਤੋਂ ਉੱਪਰ ਉੱਠ ਜਾਂਦੇ ਹਨ, ਦੁੱਖ ਸੁੱਖ ਤੋਂ ਉੱਪਰ ਉੱਠ ਜਾਂਦੇ ਹਨ। ਸਤਿਗੁਰੂ ਜੀ ਮਿਹਰਾਮਤ ਕਰਨ, ਸਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਅਗੰਮੀ ਦਾਤਾਂ ਹਨ ਸਾਡੇ ਸਾਰਿਆਂ ਦੀ ਝੋਲੀ ਦੇ ਵਿੱਚ ਪੈਣ, ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ ਹੋਵਣ। ਅੰਮ੍ਰਿਤ ਛਕੋ ਸਿੰਘ ਸੱਜੋ, ਨਾਮ ਬਾਣੀ ਦੇ ਨਾਲ ਜੁੜੋ, ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ ਹੋਵਣ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ। ਤਨ ਮਨ ਹਰਿ ਕਾ, ਧਨ ਸਭ ਹਰਿ ਕਾ। ਹਰਿ ਕੇ ਗੁਣ ਹੋ ਕਿਆ ਗਨੀ। ਕਹੋ ਨਾਨਕ ਹਮ ਤੁਮ ਗੁਰ ਖੋਈ ਹੈ। ਅੰਬੈ ਅੰਬ ਮਿਲੋਗਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।